ਸਾਹਿਬ ਜੀ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗੁਣ ਹਮਾਰੇ ਦਇਆ ਕਰੋ, ਕਿਛ ਮਿਹਰ ਪਾਵ। ਡੁੱਬਦੇ ਪੱਥਰ ਤਾਰੇ, ਜੀੜਾ ਗਨ ਬਰਾਬਰ ਤਪੈ, ਭੀਤਰ ਵਗੇ ਕਾਤੀ। ਪ੍ਰਣਵਤ ਨਾਨਕ ਹੁਕਮ ਪਛਾਣੈ, ਸੁਖ ਹੋਵੇ ਦਿਨ ਰਾਤੀ। ਜੁਗੋ ਜੁਗ ਅਟਲ ਚਾਵਰ ਛਤਰ ਤਖ਼ਤ ਦੇ ਮਾਲਕ, ਹਾਜ਼ਰਾ ਹਜ਼ੂਰ ਜ਼ਾਰਾ ਜ਼ਹੂਰ। ਸ਼ਬਦ ਗੁਰੂ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਜੁੜ ਬੈਠੇ ਸਤਸੰਗੀ ਜਨੋ, ਵੱਡਿਆਂ ਭਾਗਾਂ ਵਾਲੇ ਹੋ, ਜੋ ਸਤਿਗੁਰਾਂ ਦੀ ਅਪਾਰ ਕਿਰਪਾ ਰਹਿਮਤ ਸਦਕਾ ਇੱਕ ਵਾਰੀ ਫਿਰ ਗੁਰੂ ਚਰਨਾਂ ਦੇ ਵਿੱਚ ਜੁੜ ਬੈਠਣ ਦਾ ਇਹ ਪਾਵਨ ਸਮਾਂ ਗੁਰਦੇਵ ਪਾਤਸ਼ਾਹ ਜੀ ਨੇ ਬਖਸ਼ਿਆ ਹੈ। ਲੜੀਵਾਰ ਵਿਚਾਰ ਦੇ ਵਿੱਚੋਂ ਅੱਜ ਦੇ ਇਹ ਪਾਵਨ ਸ਼ਲੋਕ ਬਾਬਾ ਫਰੀਦ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਸ਼ਲੋਕ ਨੰਬਰ 28 ਔਰ 29 ਨੰਬਰ ਸ਼ਲੋਕ ਹੈ, ਜਿਨ੍ਹਾਂ ਦਾ ਪਾਠ ਆਪ ਜੀ ਸਰਵਣ ਕਰੋ ਜੀ। ਸਤਨਾਮ ਵਾਹਿਗੁਰੂ ਜੀ। ਫਰੀਦਾ ਰੋਟੀ ਮੇਰੀ ਕਾਠ ਕੀ, ਲਾਵਣ ਮੇਰੀ ਭੁੱਖ, ਜਿਨਾ ਖਾਦੀ ਚੋਪੜੀ। ਘਣੇ ਸਹਿਣਗੇ ਦੁੱਖ, ਰੁੱਖੀ ਸੁਖੀ ਖਾਏ ਕੇ। ਠੰਡਾ ਪਾਣੀ ਪੀਓ, ਫਰੀਦਾ ਦੇਖ ਪਰਾਈ ਚੋਪੜੀ। ਨਾ ਤਰਸਾਏ ਜੀ, ਫਰੀਦਾ ਦੇਖ ਪਰਾਈ ਚੋਪੜੀ। ਨਾ ਤਰਸਾਏ ਜਿਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਬਾਬਾ ਫਰੀਦ ਸਾਹਿਬ ਜੀ ਨੇ ਇਹਨਾਂ ਪਾਵਨ ਸ਼ਲੋਕਾਂ ਅੰਦਰ ਜੋ ਰਹਿਮਤ ਕਰਕੇ ਜੀਵਾਂ ਨੂੰ ਸਮਝਾਇਆ ਹੈ। ਬਾਬਾ ਫਰੀਦ ਸਾਹਿਬ ਦਾ ਪਹਿਲਾ ਸ਼ਲੋਕ ਹੈ, ਉਹ ਆਖਦੇ ਨੇ, ਫਰੀਦਾ ਰੋਟੀ ਮੇਰੀ ਕਾਠ ਕੀ। ਕਾਠ ਕਿਹਾ ਜਾਂਦਾ ਹੈ ਲੱਕੜ ਨੂੰ, ਤੇ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਕਿ ਮੇਰੀ ਰੋਟੀ ਕਾਠ ਵਰਗੀ ਹੈ, ਲੱਕੜ ਵਰਗੀ ਹੈ। ਭਾਵ ਕਿ ਮੇਰੀ ਰੋਟੀ ਮਿਹਨਤ ਦੀ 10 ਨੂੰਹਾਂ ਦੀ ਕਮਾਈ ਦੇ ਵਿੱਚੋਂ ਰੋਟੀ ਕਮਾਈ ਹੋਈ ਔਰ ਸਾਦੀ ਰੋਟੀ ਹੈ। ਤੇ ਅਗਲੀਆਂ ਪੰਕਤੀਆਂ ਨੇ, ਲਾਵਣ ਮੇਰੀ ਭੁੱਖ। ਇੱਥੇ ਲਾਵਣ ਤੋਂ ਭਾਵ ਭੁੱਖ ਲਾਣ ਤੋਂ ਨਹੀਂ ਹੈ, ਲਾਵਣ ਤੋਂ ਭਾਵ ਹੈ ਭਾਜੀ, ਜਿਸ ਨੂੰ ਅਸੀਂ ਸਬਜ਼ੀ ਕਹਿ ਦਿੰਦੇ ਹਾਂ। ਬਾਬਾ ਫਰੀਦ ਸਾਹਿਬ ਆਖਦੇ ਨੇ ਕਿ ਰੋਟੀ ਮੇਰੀ ਕਾਠ ਕੀ, ਕਿ ਮੇਰੀ ਰੋਟੀ ਸਾਦੀ ਹੈ। ਸਾਦਾ ਭੋਜਨ ਮੈਂ ਛਕਦਾ ਹਾਂ, ਕਿ ਉਹ ਭੋਜਨ ਜੋ 10 ਨੂੰਹਾਂ ਦੀ ਸੱਚੀ ਸੁੱਚੀ ਪਾਕ ਪਵਿੱਤਰ ਕਮਾਈ ਦੇ ਵਿੱਚੋਂ ਹੈ, ਕਿ ਰੋਟੀ ਮੇਰੀ ਕਾਠ ਕੀ, ਲਾਵਣ ਮੇਰੀ ਭੁੱਖ। ਤੇ ਜਦੋਂ ਭੁੱਖ ਲੱਗਦੀ ਹੈ, ਉਹ ਭੁੱਖ ਹੀ ਮੇਰੇ ਵਾਸਤੇ ਭਾਜੀ ਬਣ ਜਾਂਦੀ ਹੈ, ਸਬਜ਼ੀ ਬਣ ਜਾਂਦੀ ਹੈ ਸਵਾਦ ਲਈ। ਜਦੋਂ ਹਰੀ ਚੰਦ ਨੇ ਕਿਹਾ ਕਿ ਮਾਂ ਮੈਂ ਜੰਗਲ ਵੱਲ ਜਾ ਰਹੇ ਹਾਂ ਤੇ ਜੰਗਲ ਵਿੱਚ ਮੈਨੂੰ ਖਾਣ ਨੂੰ ਮਿਲੇਗਾ,
ਤੇ ਮਾਂ ਨੇ ਕਿਹਾ ਸੀ ਕਿ ਜੰਗਲ ਦੇ ਤੈਨੂੰ 36 ਪ੍ਰਕਾਰ ਦੇ ਭੋਜਨ ਮਿਲਣਗੇ। ਉਹ ਕਹਿਣ ਲੱਗੇ ਜੰਗਲ ਦੇ ਵਿੱਚ 36 ਪ੍ਰਕਾਰ ਦੇ ਭੋਜਨ। ਮਾਂ ਕਹਿਣ ਲੱਗੀ ਕਿ ਜਦੋਂ ਜੰਗਲ ਦੇ ਅੰਦਰ ਤੈਨੂੰ ਭੁੱਖ ਲੱਗੇਗੀ, ਤੇਰੀ ਭੁੱਖ ਹੀ 36 ਪ੍ਰਕਾਰ ਦੇ ਭੋਜਨ ਬਣ ਜਾਣਗੇ। ਉਸੇ ਗੱਲ ਨੂੰ ਬਾਬਾ ਫਰੀਦ ਸਾਹਿਬ ਇਸ ਸ਼ਲੋਕ ਅੰਦਰ ਆਖਦੇ ਨੇ ਕਿ ਰੋਟੀ ਮੇਰੀ ਕਾਠ ਕੀ, ਮੇਰੀ ਰੋਟੀ ਜਿਹੜੀ ਹੈ ਉਹ ਮਿਹਨਤ ਦੀ, ਮਸ਼ੱਕਤ ਦੀ, ਦਸਾਂ ਨੂੰਹਾਂ ਦੀ ਕਿਰਤ ਕਮਾਈ ਦੀ ਰੋਟੀ ਹੈ, ਜੋ ਸਾਦੀ ਰੋਟੀ ਹੈ। ਲਾਵਣ ਮੇਰੀ ਭੁੱਖ, ਜਿਹੜੀ ਭੁੱਖ ਮੇਰੀ ਹੈ, ਜਦੋਂ ਭੁੱਖ ਲੱਗੇਗੀ ਤੇ ਉਹ ਮੇਰੇ ਵਾਸਤੇ ਭਾਜੀ ਬਣ ਜਾਏਗੀ, ਸਵਾਦਲੀ ਲੱਗ ਜਾਏਗੀ। ਜਿਵੇਂ ਆਮ ਮਨੁੱਖ ਕਹਿ ਦਿੰਦੇ ਨੇ ਕਿ ਭੁੱਖ ਲੱਗੀ ਹੋਏ ਨਾ ਤੇ ਮਨੁੱਖ ਫਿਰ ਰਾਤ ਦਾ ਪ੍ਰਸ਼ਾਦਾ ਵੀ ਛਕ ਲੈਂਦਾ ਹੈ, ਤੇ ਭੁੱਖ ਨਾ ਹੋਏ ਤੇ ਜਿਤਨੇ ਮਰਜ਼ੀ ਪਦਾਰਥ ਪਏ ਹੋਣ ਖਾਣ ਨੂੰ ਜੀ ਨਹੀਂ ਕਰਦਾ। ਲਾਵਣ ਮੇਰੀ ਭੁੱਖ। ਤੇ ਨਾਲ ਹੀ ਬਾਬਾ ਫਰੀਦ ਸਾਹਿਬ ਆਖਦੇ ਨੇ ਕਿ ਜਿਨ੍ਹਾਂ ਖਾਧੀ ਚੋਪੜੀ, ਜਿਨ੍ਹਾਂ ਨੇ ਫਿਰ ਚੋਪੜੀ ਹੋਈ ਖਾਧੀ ਹੈ, ਚੋਪੜੀ ਤੋਂ ਭਾਵ ਤੁਸੀਂ ਸਮਝ ਗਏ ਹੋ, ਘਿਓ ਦੇ ਨਾਲ ਲੱਗੀ ਹੋਈ ਚੁਪੜੀ ਹੋਈ। ਪਰ ਇੱਥੇ ਜੋ ਚੋਪੜੀ ਤੋਂ ਭਾਵ ਹੈ ਪਰਾਇਆ ਹੱਕ ਮਾਰ ਕੇ ਖਾਧੀ ਰੋਟੀ। ਠੱਗੀ ਦੇ ਨਾਲ, ਬੇਈਮਾਨੀ ਦੇ ਨਾਲ ਪਰਾਏ ਹੱਕ ਨੂੰ ਜੋ ਖਾਦਾ ਜੋ, ਤੇ ਬਾਬਾ ਫਰੀਦ ਸਾਹਿਬ ਆਖਦੇ ਨੇ ਕਿ ਜਿਨ੍ਹਾਂ ਖਾਧੀ ਚੋਪੜੀ ਘਣੇ ਸਹਿਣਗੇ ਦੁੱਖ, ਫਿਰ ਉਹ ਦੁਨੀਆ ਦੇ ਪਦਾਰਥਾਂ ਨੂੰ, ਚਸਕਿਆਂ ਨੂੰ ਮਾਣਦਿਆਂ ਹੋਇਆਂ ਇਹਨਾਂ ਪਦਾਰਥਾਂ ਦੇ ਵਿੱਚੋਂ ਸੁੱਖ ਨਹੀਂ ਪ੍ਰਾਪਤ ਕਰਨਗੇ, ਉਹ ਦੁਖੀ ਹੀ ਹੋਣਗੇ। ਤੇ ਅਗਲੇ ਸ਼ਲੋਕ ਅੰਦਰ ਬਾਬਾ ਫਰੀਦ ਸਾਹਿਬ ਆਖਦੇ ਨੇ ਕਿ ਰੁੱਖੀ ਸੁੱਖੀ ਖਾਏ ਕੈ ਠੰਡਾ ਪਾਣੀ ਪੀਓ। ਕਿ ਜੋ ਰੱਬ ਦੀ ਰਜ਼ਾ ਦੇ ਅੰਦਰ ਜੋ ਵੀ ਪਕਵਾਨ, ਜੋ ਵੀ ਪਦਾਰਥ ਮਿਲ ਗਏ ਨੇ ਰੁੱਖੇ ਸੁੱਕੇ, ਠੰਡਾ ਪਾਣੀ ਪੀਓ। ਦੇਖ ਪਰਾਈ ਚੋਪੜੀ ਨਾ ਤਰਸਾਏ ਜਿਓ। ਕਿ ਪਰਾਏ ਪਦਾਰਥਾਂ ਨੂੰ ਦੇਖ ਕੇ ਆਪਣੇ ਅੰਦਰ, ਤੇਰੇ ਅੰਦਰ ਲਾਲਸਾ ਨਾ ਪੈਦਾ ਹੋਏ। ਜੋ ਰੱਬ ਨੇ ਦਿੱਤਾ ਹੈ ਉਸੇ ਅੰਦਰ ਰੱਬ ਦਾ ਸ਼ੁਕਰ ਕਰ। ਰੱਬ ਨੇ ਜਿਨ੍ਹਾਂ ਵੀ ਹਾਲਤਾਂ ਦੇ ਅੰਦਰ ਰੱਖਿਆ ਉਸੇ ਹਾਲਤ ਅੰਦਰ ਰੱਬ ਦੇ ਸ਼ੁਕਰ ਦੇ ਜੁੜ। ਬਾਬਾ ਫਰੀਦ ਸਾਹਿਬ ਨੇ ਇਹਨਾਂ ਦੋਹਾਂ ਸ਼ਲੋਕਾਂ ਦਾ ਜੋ ਪ੍ਰਕਰਣ ਹੈ ਇੱਕੋ ਹੀ ਹੈ। ਬਾਬਾ ਫਰੀਦ ਸਾਹਿਬ ਆਖਦੇ ਨੇ ਕਿ ਸੰਸਾਰ 'ਚ ਰਹਿੰਦਿਆਂ ਹੋਇਆਂ ਜੋ ਮਾਲਕ ਦੀ ਰਜ਼ਾ ਦੇ ਅੰਦਰ ਮਿਲਿਆ ਉਸੇ ਦੇ ਅੰਦਰ ਰੱਬ ਦਾ ਸ਼ੁਕਰਾਨਾ ਕਰ, ਸੰਤੋਖੀ ਜੀਵਨ ਬਤੀਤ ਕਰ, ਤੇ ਪਰਾਏ ਹੱਕ ਨੂੰ ਨਾ ਮਾਰ। ਪਰਾਏ ਹੱਕ ਨੂੰ ਮਾਰ ਕੇ ਤੇਰੇ ਜੀਵਨ ਅੰਦਰ ਕਦੇ ਸੁੱਖ ਨਹੀਂ ਹੋ ਸਕਦਾ, ਸੁੱਖ ਦੀ ਪ੍ਰਾਪਤੀ ਨਹੀਂ ਹੋ ਸਕਦੀ। ਇਸ ਸ਼ਲੋਕਾਂ ਅੰਦਰ ਬਾਬਾ ਫਰੀਦ ਸਾਹਿਬ ਨੇ ਰਹਿਮਤ ਕੀਤੀ ਹੈ। ਹੁਣ ਦੇਖੋ ਦੁਨਿਆਵੀ ਤੌਰ ਦੇ ਉੱਪਰ ਜਦੋਂ ਜੀਵਨ ਬਤੀਤ ਕਰਨਾ ਹੈ ਤੇ ਗੁਰਬਾਣੀ ਦੇ ਜੋ ਅਸੀਂ ਦਰਸ਼ਨ ਕਰਨੇ ਨੇ, ਗੁਰਦੇਵ ਪਾਤਸ਼ਾਹ ਆਖਦੇ ਨੇ ਕਿ ਸਾਢੇ ਤ੍ਰੈ ਮਣ ਦੇਹੁਰੇ ਚੱਲੇ ਪਾਣੀ ਅੰਨ। ਇਹ ਸਾਢੇ ਤ੍ਰੈ ਮਣ ਦੀ ਜੋ ਦੇਹੁਰੀ ਹੈ ਚੱਲੇ ਪਾਣੀ ਅੰਨ, ਪਾਣੀ ਔਰ ਅੰਨ ਦੇ ਆਸਰੇ ਚੱਲਦੀ ਹੈ। ਜ਼ਿੰਦਗੀ ਜੀਣ ਲਈ ਪਾਣੀ ਦੀ ਵੀ ਲੋੜ ਹੈ, ਅੰਨ ਦੀ ਵੀ ਲੋੜ ਹੈ। ਭਗਤਾਂ ਨੇ ਕਿਹਾ ਕਿ ਸਾਢੇ ਤ੍ਰੈ ਮਣ ਦੇਹੁਰੀ ਚੱਲੇ ਪਾਣੀ ਅੰਨ। ਪਰ ਨਾਲ ਹੀ ਗੁਰਦੇਵ ਪਾਤਸ਼ਾਹ ਰਹਿਮਤ ਕਰਦੇ ਨੇ ਕਿ ਥੋੜਾ ਸਵੈ ਥੋੜਾ ਹੀ ਖਾਵੇ। ਉਹਦੀ ਨਿੰਦਰਾਵਲ ਵੀ ਥੋੜੀ ਹੋਏ ਔਰ ਥੋੜਾ ਹੀ ਖਾਏ। ਇਹ ਨਾ ਹੋਏ ਕਿ ਦੁਨੀਆ ਅੰਦਰ ਕੇਵਲ ਰਸਾਂ ਦੇ ਚਸਕੇ ਅੰਦਰ ਹੀ ਜੀਵ ਟਿਕਿਆ ਰਹੇ। ਮੈਨੂੰ ਕਹਿਣ ਦੇਣਾ, ਕਈ ਮਨੁੱਖ ਖਾਣ ਲਈ ਹੀ ਜੀਂਦੇ ਨੇ ਤੇ ਕਈ ਵਿਰਲੇ ਨੇ ਜੋ ਜੀਵਨ ਜੀਣ ਲਈ ਖਾਂਦੇ ਨੇ। ਇੱਕ ਵਾਰੀ ਫਿਰ ਦੁਹਰਾਦੇ ਹਾਂ, ਜੀਵ ਦੇ ਸਵਾਦ ਲਈ, ਪਦਾਰਥਾਂ ਦੇ ਸਵਾਦ ਲਈ ਕਈ ਜੀਵ ਖਾਣ ਲਈ ਹੀ ਜੀਵਨ ਜੀਂਦੇ ਨੇ ਕਿ ਜ਼ਿੰਦਗੀ ਅੰਦਰ ਸਾਰੇ ਦੁਨੀਆ ਦੇ ਪਦਾਰਥਾਂ ਦਾ ਰਸ ਇਸ ਜੇਬਾ ਦੇ ਨਾਲ ਮਾਣਿਆ ਜਾਏ। ਤੇ ਕਈ ਐਸੇ ਨੇ ਜੋ ਜੀਵਨ ਜ਼ਿੰਦਗੀ ਜੀਣ ਲਈ ਖਾਂਦੇ ਨੇ, ਉਤਨਾ ਖਾਧਾ ਜਾਏ ਜਿਸ ਦੇ ਨਾਲ ਸਰੀਰ ਜਿਹੜਾ ਹੈ ਉਹ ਤੰਦਰੁਸਤ ਰਹੇ ਤੇ ਹਿਰਦੇ ਅੰਦਰ ਰੱਬ ਦਾ ਨਾਮ ਟਿਕ ਸਕੇ। ਸ਼ੇਖ ਸ਼ਾਦੀ ਨੇ ਬੜੀ ਸੋਹਣੀ ਗੱਲ ਲਿਖੀ ਹੈ। ਸ਼ੇਖ ਸ਼ਾਦੀ ਕਹਿੰਦੇ ਨੇ ਕਿ ਇਤਨਾ ਨਾ ਖਾ ਕਿ ਫਿਰ ਮੂੰਹ ਤੋਂ ਹੀ ਬਾਹਰ ਆ ਜਾਏ। ਮਨੁੱਖ ਸਵਾਦਾਂ ਦੇ, ਰਸਾਂ ਦੇ ਇਤਨਾ ਖਾਈ ਜਾਏ
पचे ना फिर मुख तो बाहर आ जाए। शेख शादी जी कहते इतना ना खा कि मुख तो बाहर आ जाए, इतना घट भी ना खा कि जिंद बाहर आ जाए। कि मनुख भोजन त्याग देंदे ने ते भोजन त्यागण दे नाल ही जीवन खत्म हो जाता है, इन्हें कह लो जिंदगी खत्म हो जाती है। सो दुनिया के पदार्थां रसां अंदर ही ना टिकिया रो, रुखी सुखी खाए कै ठंडा पानी पीओ। दाने मनुख सियाणे मनुख ये गल कहते ने कि जिवें हनेरे दे विच पुरातन समय अंदर लालटैन बाली जाती सी रोशनी करने लई, प्रकाश करने लई, ते लालटैन बालन वेले बाहर दा हनेरा चानण दे च बदल गया। बाहर दे हनेरे नूं कढ दिता उस लाइट ने, रोशनी ने। ते बाहर दे हनेरे नूं कढदियां होइयां एक ख्याल दिता है विद्वानां ने, वो कहंदे ने कि बाहर दे हनेरे दे कट्टण दे नाल उस लालटैन दे शीशे दे उपर कालख आ गई। जो बाहर दा हनेरा सी इंज कह लवां कालख दे रूप दे शीशे दे उपर आ गया। इसे तरह जिस तरह का धन दौलत बाहर दा कमाया होया, जे उसे ढंग दे नाल जे जीवन अंदर खुराक बनाई तो अंदर भी कालख पैदा कर दिंदा है, जिसनों सियाणे कहते हैं कि जैसा अन्न तैसा मन। जिस तरह का अन्न होंदा है मन के उपर ही उसी तरह का प्रभाव पैंदा है। सतगुरु महाराज आखते हैं कि फिट इवे हा जीविया जित खाए वधाया पेट, वो जीवन धिकार है। जे केवल शरीर की ही पालना की रबी बंदगी दे नाल, रब की सिफ सलाह दे नाल तू जुड़िया ही नहीं। सो उलामे दिने के राती मिलन सहंस, सिफत सलाह छड़ के करंगी लगा हंस। हंस का सुभाव है कि हंस हीरे मोतियां नूं चुगदा है, हीरे मोती की खुराक है, जा दुध नूं खांदा है। खाण तो भाव कि दुध के बने हुए पकवानां नूं खा सकता है, जिवें पनीर हो गया, दही हो गया, क्योंकि उहदी चुंझ दे अंदर छेक है ते पानी आदिक जिहड़ा है वो नहीं पी सकता। एक कह लवां कि रब दे घरों एक ऐसी उन्होंने मालिक दे घरों बनाई हुई एक कुदरत है कि वह पानी है, दुध है, आदिक नहीं पी सकता। उहदे जीवन की खुराक ही हीरे मोती है। तो गुरुदेव आखते हैं कि यह मनुखी जीवन जिहड़ा है वह हंस की तरह है, पर जीव तू करंगां दे मास दे अंदर तू जकड़िया होए। जो पातशाह आखते हैं कि 100 उलामे दिने के, दिने 100 उलामे दिते, राती मिलन सहंस, सिफत सलाह छड़ के करंगी लगा हंस। करंग दे विच मासां दे विच पदार्थां दे अंदर जी जकड़िया होए, जो हीरे जैसा जन्म लिया सी कोडियां दे भाव जा रहे है। रुखी सुखी खाए कै ठंडा पानी पीओ। हुण बाबा फरीद साहब ने अज दे इन्हां सलोकां अंदर एक ते संतोखी जीव की गल की है, जिस दे जीवन अंदर संतोख आ गया कि रोटी मेरी काठ की। ये उही आखेगा जिहदा जीवन संतोखी हो गया कि जो तुद भावै साई भली कार, तू सदा सलामत निरंकार। आसा की वार दे अंदर सतगुरु गुरु नानक सच्चे पातशाह महाराज ने ये रहमत करके समझाया है। गुरुदेव आखते हैं कि सेव कीती संतोखी, जिन्हें सचो सच त्याया। जिन्हों ने केवल एक निरंकार परमात्मा वाहिगुरु नूं त्याया है, उन्हीं मंदे पैर ना रखे हो। वो मंदे पासे पैर नहीं रखते, कुसंगत वाल नहीं जाते, उन्हां लोगों की संगत नहीं करते जो रब की बंदगी तो टुटे हुए ने। उन्हीं मंदे पैर ना रखियो, कर सुकृत धर्म कमाया। सुकृत कमाई करते हैं, नेक कमाई करते हैं, प्रभु की बंदगी दी, सिफ सलाह दी, नाम जपण दी, ये नेक कमाई करते हैं। उन्हीं मंदे पैर ना रखियो, कर सुकृत धर्म कमाया। उन्हीं दुनिया तोड़े बंधना, दुनिया के अंदर रह करके वे दुनिया तो निर्लेप रहते ने। माया के बंधनों तो तोड़ के, विकारां के बंधनों तोड़ के जीवन बतीत करते हैं।
ਉਹਨੇ ਦੁਨੀਆ ਤੋੜੇ ਬੰਦਨਾ ਅੰਨ ਪਾਣੀ ਥੋੜਾ ਖਾਇਆ। ਤੇ ਅੰਨ ਪਾਣੀ ਉਤਨਾ ਖਾਂਦੇ ਨੇ ਜਿਸ ਦੇ ਨਾਲ ਜ਼ਿੰਦਗੀ ਬਤੀਤ ਹੋਏ। ਖਾਣ ਲਈ ਨਹੀਂ ਜੀਂਦੇ, ਜੀਵਨ ਜੀਣ ਲਈ ਖਾਂਦੇ ਨੇ, ਕਿਉਂਕਿ ਹਰੀ ਦਾ ਪਿਆਰਾ ਥੋੜਾ ਸਵੈ ਥੋੜਾ ਹੀ ਖਾਵੇ। ਇਹ ਨਹੀਂ ਕਿ ਪੇਟ ਭਰਿਓ ਪਸਵਾ ਜੂ ਸੋਇਓ, ਮਾਨੁਸ ਜਨਮ ਹੈ ਹਾਰਿਓ। ਕੇਵਲ ਪੇਟ ਭਰ ਕੇ ਸੁਤਾ ਰਿਹਾ, ਸਾਰੀ ਜ਼ਿੰਦਗੀ ਚੜ੍ਹੈ ਸਵਾਇਆ, ਵਡਿਆਈ ਵੱਡਾ ਪਾਇਆ। ਉਸ ਮਾਲਕ ਦੀ ਵਡਿਆਈ ਕਰਕੇ ਵੱਡੇ ਪ੍ਰਭੂ ਨੂੰ ਮਾਲਕ ਦੇ ਨਾਲ ਸਾਂਝ ਪਾ ਕੇ ਰੱਖਦੇ ਨੇ, ਉਸਨੂੰ ਪ੍ਰਾਪਤ ਕਰ ਲੈਂਦੇ ਨੇ। ਹੁਣ ਸੰਤੋਖੀ ਜੀਵਨ ਦੀ ਗੱਲ ਬਾਬਾ ਫਰੀਦ ਸਾਹਿਬ ਜੀ ਕਰਦੇ ਨੇ, ਤੇ ਬਾਬਾ ਫਰੀਦ ਸਾਹਿਬ ਦਾ ਆਪਣਾ ਜੀਵਨ ਗੱਲ ਇਤਿਹਾਸ ਦੇ ਚ ਆਉਂਦੀ ਹੈ ਕਿ ਜਦੋਂ ਬਾਬਾ ਫਰੀਦ ਸਾਹਿਬ ਜੀ ਭਰ ਜਵਾਨੀ ਦੇ ਵਿੱਚ ਦਿੱਲੀ ਆਏ ਸਨ, ਦਿੱਲੀ ਦਾ ਬਾਦਸ਼ਾਹ ਬਲਬਨ ਹੋਇਆ ਹੈ, ਤੇ ਬਲਬਨ ਨੇ ਬਾਬਾ ਫਰੀਦ ਸਾਹਿਬ ਦੀ ਬੰਦਗੀ ਤੋਂ ਪ੍ਰਭਾਵਿਤ ਹੋਏ। ਉਹਨਾਂ ਨੇ ਆਪਣੇ ਘਰ ਬੁਲਾਇਆ ਕਿ ਸਾਡੇ ਘਰ ਆ ਕੇ ਪ੍ਰਸ਼ਾਦਾ ਛਕਿਆ ਜਾਏ। ਬਾਬਾ ਫਰੀਦ ਸਾਹਿਬ ਜੀ ਰੱਬੀ ਬੰਦਗੀ ਦੇ ਵਿੱਚ ਰੰਗੇ ਹੋਏ ਬਾਦਸ਼ਾਹ ਬਲਬਨ ਦੇ ਘਰ ਆਉਂਦੇ ਨੇ, ਤੇ ਸਾਰੇ ਪਰਿਵਾਰ ਨੇ ਬੜੇ ਪਿਆਰ ਦੇ ਨਾਲ ਬਾਬਾ ਫਰੀਦ ਸਾਹਿਬ ਦੀ ਸੇਵਾ ਕੀਤੀ। ਜਦੋਂ ਬਾਬਾ ਫਰੀਦ ਸਾਹਿਬ ਤੁਰੇ ਤੇ ਬਲਬਨ ਦੀ ਸਹਿਜਾਦੀ, ਬਲਬਨ ਦੀ ਜੋ ਸੁਪੁੱਤਰੀ ਹੈ, ਉਹਨੇ ਪਿਤਾ ਦੇ ਅੱਗੇ ਬੇਨਤੀ ਕੀਤੀ, ਅਰਜ਼ੋਈ ਕੀਤੀ ਬਲਬਨ ਦੇ ਅੱਗੇ ਕਿ ਜੇ ਮੈਂ ਵਿਆਹ ਕਰਾਂਗੀ, ਨਿਕਾਹ ਕਰਾਂਗੀ, ਤੇ ਕੇਵਲ ਇਸ ਫਕੀਰ ਦੇ ਨਾਲ, ਨਹੀਂ ਤੇ ਵਿਆਹ ਨਹੀਂ ਕਰਾਂਗੀ। ਬਲਬਨ ਨੇ ਆਪਣੇ ਵਜ਼ੀਰ ਨੂੰ ਭੇਜਿਆ, ਜਾ ਕੇ ਪਹੁੰਚ ਕੀਤੀ ਉਹਨੇ ਜਾ ਕੇ ਬਾਬਾ ਫਰੀਦ ਸਾਹਿਬ ਤੱਕ। ਬਾਬਾ ਫਰੀਦ ਸਾਹਿਬ ਜੀ ਸਹਿਮਤੀ ਲਈ ਤੇ ਉਹ ਦਿਨ ਮੁਕਰਰ ਕੀਤਾ ਗਿਆ। ਬਾਬਾ ਫਰੀਦ ਸਾਹਿਬ ਦਾ ਵਿਆਹ ਹੋਇਆ, ਨਿਕਾਹ ਹੋਇਆ, ਜਿਹਨੂੰ ਸ਼ਾਦੀ ਕਹਿ ਦਿੰਦੇ ਆ। ਹੁਣ ਦਿੱਲੀ ਦਾ ਬਾਦਸ਼ਾਹ ਹੋਏ ਤੇ ਭਾਵੇਂ ਫਕੀਰ ਦੇ ਨਾਲ ਹੀ ਕਿਉਂ ਨਾ ਵਿਆਹ ਹੋਇਆ ਹੋਏ, ਉਹਦੀ ਬੱਚੀ ਦਾ, ਦੁਨੀਆ ਦੇ ਸਾਰੇ ਪਦਾਰਥ, ਦੁਨੀਆ ਦੇ ਸਾਰੇ ਸੁੱਖ ਦਿੱਤੇ। ਇਤਿਹਾਸ ਕਹਿੰਦਾ ਹੈ ਬਾਬਾ ਫਰੀਦ ਸਾਹਿਬ ਜਿਸ ਘਰ ਦੇ ਵਿੱਚ ਰਹਿੰਦੇ ਸਨ, ਜਿਸ ਥਾਂ ਦੇ ਉੱਪਰ ਟਿਕੇ ਹੋਏ ਸਨ, ਸਾਰਾ ਸਮਾਨ ਉੱਥੇ ਪਹੁੰਚਾਇਆ ਗਿਆ। ਅੱਜ ਜਦੋਂ ਪ੍ਰਥਮ ਰਾਤ ਹੈ, ਤੇ ਪ੍ਰਥਮ ਰਾਤ ਵੇਲੇ ਬਾਬਾ ਫਰੀਦ ਸਾਹਿਬ ਜੀ ਮੰਜੇ ਦੇ ਉੱਪਰ ਨਹੀਂ, ਜ਼ਮੀਨ ਦੇ ਉੱਪਰ ਮੁਸੱਲਾ ਵਿਛਾ ਕੇ ਸੁੱਤੇ ਨੇ। ਤੇ ਬਾਬਾ ਫਰੀਦ ਸਾਹਿਬ ਜੀ ਦੀ ਧਰਮ ਪਤਨੀ ਹੈ, ਜਿਹਦਾ ਨਾਮ ਜਹੀਰਾ ਬਾਨੋ ਹੈ। ਜਹੀਰਾ ਬਾਨੋ ਵੀ ਇੱਕ ਪਾਸੇ ਲਾਗੇ ਜਾ ਕੇ ਮੰਜੇ ਦੇ ਕੋਲ ਸਾਰੀ ਰਾਤ ਬੈਠੀ ਰਹੀ। ਇੱਕ ਦਿਨ ਨਹੀਂ, 2 ਦਿਨ ਨਹੀਂ, 3 ਦਿਨ ਨਹੀਂ, 4-5 ਰਾਤਾਂ ਜਦੋਂ ਹੋ ਗਈਆਂ, ਜਹੀਰਾ ਬਾਨੋ ਨੇ ਬਾਬਾ ਫਰੀਦ ਸਾਹਿਬ ਦੇ ਚਰਨ ਪਕੜੇ, ਆਖਣ ਲੱਗੀ ਕਿ ਮੇਰੇ ਕੋਲੋਂ ਭੁੱਲ ਹੋਈ ਹੈ, ਕੋਈ ਗੁਸਤਾਖੀ ਹੋਈ ਹੈ, ਤੁਸੀਂ ਮੇਰੇ ਵੱਲ ਅੱਖ ਭਰ ਕੇ ਦੇਖਿਆ ਨਹੀਂ। ਤੇ ਬਾਬਾ ਫਰੀਦ ਸਾਹਿਬ ਕਹਿਣ ਲੱਗੇ ਜਹੀਰਾ ਬਾਨੋ ਨੂੰ, ਤੂੰ ਮਨ ਦੇ ਧਾਰਨ ਕੀਤਾ, ਤੇਰੇ ਨਾਲ ਅਸੀਂ ਨਿਕਾਹ ਕੀਤਾ, ਪਰ ਇੱਕ ਗੱਲ ਯਾਦ ਰੱਖੀ, ਰੱਬ ਦੀ ਰਜ਼ਾ ਦੇ ਤੁਰਨਾ ਔਰ ਦੂਸਰਾ ਫਕੀਰੀ ਕਮਾਉਣ ਲਈ ਜੇ ਤੂੰ ਤਿਆਰ ਹੈ, ਤੂੰ ਇਸ ਘਰ ਦੇ ਵਿੱਚ ਰਹਿ ਸਕਦੀ ਹੈ, ਨਹੀਂ ਤੇ ਦਰਵਾਜ਼ੇ ਖੁੱਲੇ ਨੇ, ਤੂੰ ਜਾ ਸਕਦੀ ਹੈ। ਇੱਥੇ ਤੇ ਰੱਬ ਦੀ ਰਜ਼ਾ ਦੇ ਵਿੱਚ, ਪ੍ਰਭੂ ਦੀ ਬੰਦਗੀ ਦੇ ਵਿੱਚ ਔਰ ਫਕੀਰੀ ਕਮਾਣੀ ਪਏਗੀ। ਤੇਰੇ ਪਿਤਾ ਨੇ ਬੜੇ ਪਦਾਰਥ ਦਿੱਤੇ ਨੇ, ਬੜਾ ਸਾਜੋ ਸਮਾਨ ਦਿੱਤਾ ਹੈ, ਇਹ ਸਾਡੇ ਕਿਸ ਕੰਮ ਦਾ, ਇਹ ਗਰੀਬਾਂ ਦੇ ਚ, ਲੋੜਵੰਦਾਂ ਦੇ ਚ ਵੰਡਦੇ। ਜਹੀਰਾ ਬਾਨੋ ਨੇ ਸਾਰਾ ਸਮਾਨ ਵੰਡ ਦਿੱਤਾ, ਫਕੀਰੀ ਧਾਰਨ ਕਰ ਲਈ, ਫਕੀਰੀ ਵਸਤਰ ਧਾਰਨ ਕਰ ਲਏ। ਪਿਤਾ ਬਲਬਨ ਪਹੁੰਚਿਆ, ਅੱਖਾਂ ਭਰ ਆਈਆਂ, ਇੱਕ ਵਾਰ ਨਹੀਂ, 2 ਵਾਰ ਨਹੀਂ, 3 ਵਾਰੀ ਹੋਰ ਸਮਾਨ ਭੇਜਿਆ, ਪਰ ਜਹੀਰਾ ਬਾਨੋ ਨੇ ਮਨਾ ਕਰ ਦਿੱਤਾ। ਬਾਬਾ ਫਰੀਦ ਸਾਹਿਬ ਨੇ ਮਨਾ ਕਰ ਦਿੱਤਾ। ਤੇ ਫਿਰ ਬਾਬਾ ਫਰੀਦ ਸਾਹਿਬ ਦੇ ਨਾਂ ਕੇ ਫਕੀਰੀ ਦੇ ਅੰਦਰ ਰਹਿ ਕੇ ਜਹੀਰਾ ਬਾਨੋ ਨੇ ਆਪਣਾ ਜੀਵਨ ਗੁਜ਼ਾਰਿਆ ਹੈ, ਜ਼ਿੰਦਗੀ ਬਤੀਤ ਕੀਤੀ ਹੈ। ਅਸਲ ਦੇ ਵਿੱਚ ਇਹ ਉਹ ਸੰਤੋਖੀ ਜੀਵਨ ਹੈ ਕਿ ਪਦਾਰਥਾਂ ਦੇ ਵਿੱਚ ਰੁੱਝ ਕੇ ਸੰਸਾਰ ਦੇ ਸੁੱਖਾਂ ਦੇ ਟਿੱਕੇ ਨਿਰੰਕਾਰ ਦੀ ਯਾਦ ਹੀ ਨਾ ਭੁੱਲ ਜਾਏ। ਤੇ ਬਾਬਾ ਫਰੀਦ ਸਾਹਿਬ ਨੇ ਤਾਂ ਹੀ ਆਖਿਆ ਕਿ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ, ਜਿਨ੍ਹਾਂ ਖਾਧੀ ਚੋਪੜੀ, ਤੇ ਜਿਨ੍ਹਾਂ ਨੇ ਫਿਰ ਚੋਪੜੀ ਖਾਧੀ ਹੈ, ਪਰਾਇਆ ਹੱਕ ਖਾਧਾ ਹੈ, ਪਰਾਏ ਹੱਕ ਦੇ ਨਾਲ ਸੋਚਿਆ ਕਿ ਦੁਨੀਆ ਦੇ ਸੁੱਖ ਮਿਲ ਜਾਣ,
बाबा फरीद साहब आखते हैं कि इन्हां दे नाल खुआरी होएगी, अंदर दा सुकून, अंदर दा सुख नहीं प्राप्त हो सकता, विकारां दे तू खुआरी होएगा। जिसनों गुरु नानक सच्चे पातशाह आखते हैं कि जे रत लगे कपड़े जामा होए पलीत। आखन लगे मौलवी नूं कि तुसी कहते हो कि जे जामे नूं कपड़े नूं रत लग जाए, खून लग जाए, जामा पलीत हो गया, मैला हो गया। जो रत पीवे मानसा, ते जड़े मनुखां दा खून पींदे ने, उन्हां दी कमाई नूं खांदे ने, उन्हां दा हक खांदे ने, तिनको निर्मल चीत, उन्हां दा चित निर्मल किवें रह सकदा है। गुरुदेव पातशाह आखदे ने जे रत लगे कपड़े जामा होए पलीत, जो रत पीवे मानसा, तिनको निर्मल चीत, उन्हां दा चित किवें निर्मल होया। जा गुरुदेव पातशाह आखदे ने कि हक पराया नानका, पराया हक इस तरह है, उस सुअर उस गाय जिवें हिंदू लई गऊ खाना, मुसलमान लई हिंदू लई गऊ जड़ी है वो पाक मनी गई है, माता मनते ने, ते मुसलमान लई सूर खाना। मैं कई बारी हैरान होंदा हाँ, रोजियां दे दिनां दे अंदर इस्लाम धर्म नूं मनण वाले जो लोग ने, एक दाल है जिहदा नाम मसूर की दाल, वो मसूर का नाम नहीं लैंदे क्योंकि उस सूर आ जाता है रोजियां दे दिहाड़ियां दे विच। सतगुरु महाराज आखदे ने कि हक पराया नानका, पराया हक इस तरह है, उस सूअर उस गाय गुर पीर हामा ता परे जा मुरदार ना खाए। गुरु पीर ने ता हामा भरना है, ता हामी भरनी है, जा मुरदार ना खाए। जे तू मुर्दा नहीं खाएगा, किसी का हक नहीं खाएगा, क्योंकि पराया हक खाना मुर्दा खाने के बाबत है। ते बाबा फरीद साहब ने आख्या कि रोटी मेरी काठ की लावण मेरी भुख, जिन्ना खाधी चोपड़ी। फिर जो चोपड़ी खाते ने, पराया हक खाते ने, घने सहणगे दुख, रुखी सुखी खाए कै ठंडा पानी पीओ। रुखी सुखी खा के संतोखी जीवन दे विच ठंडा पानी पीओ, देख पराई चोपड़ी ना तरसाए जियो। गुरुदेव आखदे ने कि मैनू ते ओ प्यारे ने, भावें दुनिया के पदार्थ उन्हां दे कोल ना होण, दुनिया के सुख ना होण उन्हां दे कोल, पर मेरियां नज़रां दे अंदर वो सब तो वड्डे राजे ने। गुरुदेव दा जयश्री राग अंदर बचन आंदा है, बसता टूटी झूंपड़ी, बसदा तो भाव वसदा होवे, टूटी तो भाव टुटी होई, झोंपड़ी तो भाव झोंपड़ी दे विच, कहलवा टुटे मकान दे विच वसदा होए। चीर सब छिन्ना तन दे उपर पाए होए, कपड़े भी लंगीरो लंगीर होण, सोहणे कपड़े भी ना पाए होण। जात ना पत ना आदरो, ना उची कोई जात होए, ना उहदी कोई इज्जत होए, संसार च कोई मान इज्जत देण वाला ना होए, इसनों कोई जानदा भी ना होए। जात ना पत ना आदरो, उद्यान परमेना जंगल अंदर भटकदा होए, मित्र ना इठ तन रूपहीन, किछ साक ना सिन्ना, ना उदा कोई मित्र होए, ना उदा कोई प्यारा होए, कोई रिश्तेदार नहीं, कोई संबंधी नहीं, ना ही कोई सोहणे स्वरूप वाला होए। कि मित्र ना इठ तन रूपहीन, किछ साक ना सिन्ना। पर गुरु अर्जन देव पातशाह आखदे ने कि राजा सगली सृष्ट का हर नाम मन भिन्ना। मेरिया नज़रां दे सब तो श्रेष्ठ है, क्योंकि सगल सृष्ट को राजा दुखिया हर का नाम जपत होए। सुखिया गुरुदेव ने आखदे ने रुखी सुखी खाए कै ठंडा पानी पियो, तेरे अंदर रब का शुक्र आ जाए कि दाता जो तू दिता है वो भली कार है, तेरा शुक्र है। मैं गल करके समाप्ति करा। गुरु अर्जन देव पातशाह आखदे ने जिह प्रसाद जिस दी किरपा दे नाल 36 अमृत खाहें, जे मालिक ने किरपा की है, दुनिया के सारे पदार्थ दुनिया के सारे सुख तेरी झोली च पाए ने ना। एक गल याद रखी, जे मालिक ने जिस भी हालत च रखे है,
जे कखां दी कुल्ली दे विच रखिया ते तां भी दाता तेरा शुक्र है। क्योंकि बाणी विच सुखमनी साहिब दी बाणी अंदर पढ़दे हां, कई कोट बैठत ती खाहे, कई कोट घालै थक पाहे, कई कोट किए तनवंत, कई कोट माया में चिंत, जह जह भाणा तह तह राखे, नानक सब किछ प्रभ के हाथे। ते पातशाह आखदे ने कि जे प्रसाद 36 अंमृत खाहे, जिस दी किरपा दे नाल 36 प्रकार दे भोजन छकदा है ना, जिहदी किरपा दे नाल ये सारे सुख आनंदा है, जे प्रसाद 36 अंमृत खाहे, तिस ठाकुर को रख मन माहे। उसनों अपने मन च टिका के रख, उसनों याद करिया कर। काम क्रोध अर लोभ मोह बिनस जाए अहमेव, नानक प्रभ शरणागति कर प्रसाद गुरदेव। गुरदेव कृपा करन, पावन बचन हृदय बसाण, बोलदियां होया बेअंत भुला मेरा गुरु समर्थ है। संगत बख्शण जोग है जी, बख्श देना। आखो प्यार नाल वाहिगुरु जी का खालसा, वाहिगुरु जी की फतेह।